सत श्री अकाल न्यूज़ 18 पंजाब हरियाणा हिमाचल देख रहे हो तुसी। गौरव शुक्ला मैं हां तुहाडे नाल। पंजाब कांग्रेस दे वल्लों 117 दे विचों 86 उम्मीदवारां दा ऐलान कर दिता है। अज जिक्र इस खास पेशकश दे विच असीं उहनां दा करांगे। गुरजो बिल्कुल खास तौर ते जेकर गल कीती जावे तां कांग्रेस ने अपना पिटारा खोल दिता। उम्मीदवारां दी गल कीती जावे तां लगातार क्यास लग रहे सन कि किहड़ी सीट तो किहड़ा उम्मीदवार होएगा, किहड़े हलके तो किहड़ा उम्मीदवार उतारा जाएगा ते किहड़े नवे चेहरे होणगे ते खास तौर ते इसे ते ही नजर बनी हुई सी। ते अज गल कीती जावे तां 4 विधायकां नूं इत्थे वड्डा झटका लग्या क्योंकि उन्हां दी टिकट जिहड़ी है ओह कट्टी गई है और इस खास पेशकश दे विच लगातार इसे ते ही नजर बनी गई कि आखिरकार किस तरह दे नाल इस टिकटां दे ऐलान तो बाद नजर आएगा। फिलहाल चोण कमीशन दी गल कीती जावे तां उन्हां दे वल्लों भी इस ते अगे पाबंदियां वधा दित्तियां गईयां ने। जी गौरव ਵੱਡੀ ਖਬਰ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਕਾਂਗਰਸ ਦੀਆਂ ਟਿਕਟਾਂ ਦਾ ਅਸੀਂ ਜ਼ਿਕਰ ਕਰਾਂਗੇ, ਇੱਕ ਹਲਕੇ ਦਾ ਹਾਲ ਦੱਸਾਂਗੇ, ਕਿਸ ਨੂੰ ਟਿਕਟ ਮਿਲੀ ਹੈ ਕਿਸ ਨੂੰ ਨਹੀਂ ਮਿਲੀ, ਉਮੀਦਵਾਰ ਕਿਹੜਾ ਹੋਏਗਾ, ਕਿਸ ਤਰੀਕੇ ਨਾਲ ਮੁਕਾਬਲਾ ਹੋਏਗਾ ਔਰ ਕੀ ਉਸ ਦੇ ਵਿੱਚ ਸਿਆਸੀ ਸਮੀਕਰਨ ਨੇ। ਪਰ ਉਸ ਤੋਂ ਪਹਿਲਾਂ ਇੱਕ ਵੱਡੀ ਖਬਰ ਇਹ ਹੈ ਕਿ 22 ਜਨਵਰੀ ਤੱਕ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪਾਬੰਦੀਆਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ। ਪਾਬੰਦੀਆਂ ਵਧਾ ਦਿੱਤੀਆਂ ਗਈਆਂ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ, ਜੋ 15 ਜਨਵਰੀ ਤੱਕ ਸੀ ਹੁਣ ਉਹ 22 ਜਨਵਰੀ ਤੱਕ ਹੋਣਗੀਆਂ। ਪਰ ਸਿਆਸੀ ਪਾਰਟੀਆਂ ਦੇ ਲਈ ਇੱਕ ਵੱਡੀ ਔਰ ਚੰਗੀ ਖਬਰ ਹੈ। ਚੰਗੀ ਖਬਰ ਇਹ ਹੈ ਕਿ ਇਨਡੋਰ ਜਿਹੜੇ ਪ੍ਰੋਗਰਾਮ ਹੋਣਗੇ ਉਹਨਾਂ ਦੇ ਵਿੱਚ 300 ਲੋਕਾਂ ਦਾ ਇਕੱਠ ਕੀਤਾ ਜਾ ਸਕਦਾ ਹੈ। ਪਰ 300 ਲੋਕਾਂ ਦਾ ਇਕੱਠ ਕੋਵਿਡ ਨਿਯਮਾਂ ਦੀ ਪਾਲਣਾ ਦੇ ਤਹਿਤ ਹੀ ਕੀਤਾ ਜਾ ਸਕੇਗਾ, ਨਹੀਂ ਤਾਂ ਨਹੀਂ ਕੀਤਾ ਜਾ ਸਕੇਗਾ। ਪੁਆਇੰਟ ਨੰਬਰ 2, ਰੋਡ ਸ਼ੋ, ਰੈਲੀਆਂ, ਇਕੱਠ, ਪੈਦਲ ਯਾਤਰਾ, ਸਾਈਕਲ ਯਾਤਰਾ, ਬਾਈਕ ਯਾਤਰਾ ਸਭ ਦੇ ਉੱਤੇ ਬੈਨ ਬਰਕਰਾਰ ਰਹੇਗਾ। बिल्कुल खास तौर पर नजर लगातार बनी हुई सी पार्टियां दी कि आखिरकार हुण रैलियां जिहड़ियां ने हो सकदियां ने कि रैलियां नूं शायद इजाजत दे दी जावे, पर अजिहा नहीं होया है। वड्डे रोड शो, रैलियां सब जिहड़ा अजे उस ते पाबंदी रहेगी और 22 जनवरी तक हिदायतां जिहड़ियां ने लागू कर दित्तियां गईयां ने क्योंकि कोविड दे करके लगातार मामले पंजाब दे विच वध रहे ने, लगातार देश दे विच कोविड वध रहा है। सो इस करके किसी तरह का रिस्क चोण कमिशन लैण दी तैयारी दे विच नहीं है और रैलियां ते पाबंदी उसी तरह दे नाल जारी रहेगी। 300 लोकां दे इकट्ठ नूं मंजूरी दे दित्ती गई है, यानी कि जेकर एक प्रोग्राम किसी एक थां ते हुंदा है तो उत्थे सिर्फ 300 लोग मौजूद रहेंगे, उस तो ज्यादा ते पाबंदी रहेगी। चोण कमिशन किसी तरह दे नाल भी इत्थे ढिल वरतन दी तैयारी दे विच नहीं है, यानी कि अमन अमान दे नाल वोटां पै जाण ਇਹ ਪਹਿਲ ਹੈ। और उस तो इलावा चोण प्रचार ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਪਾਰਟੀ ਦਾ, ਕਿਉਂਕਿ ਲਗਾਤਾਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਰੈਲੀਆਂ ਹੋਣੀਆਂ ਚਾਹੀਦੀਆਂ ਨੇ ਔਰ ਕਿਤੇ ਨਾ ਕਿਤੇ ਛੋਟੇ ਇਕੱਠ ਨੂੰ ਮਨਜ਼ੂਰੀ ਦੇ ਦਿੱਤੀ ਜਾਵੇ ਤਾਂ ਬਿਹਤਰ ਹੋਵੇਗਾ। ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮੋੜ ਤੇ ਕਹਿ ਸਕਦੇ ਆ ਕਿ ਇੱਥੇ ਆ ਕੇ ਇੱਕ ਖੁਸ਼ਖਬਰੀ ਉਹਨਾਂ ਦੇ ਲਈ ਕਹਿ ਸਕਦੇ, ਕਿਉਂਕਿ ਲਗਾਤਾਰ ਪਹਿਲੀ ਮੰਗ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹੀ ਸੀ ਕਿ ਇਕੱਠ ਨੂੰ ਮਨਜ਼ੂਰੀ ਦੇ ਦਿੱਤੀ ਜਾਵੇ ਤੇ ਹੁਣ 300 ਲੋਕਾਂ ਦੇ ਇਕੱਠ ਨੂੰ ਇੱਥੇ ਮਨਜ਼ੂਰੀ ਦੇ ਦਿੱਤੀ ਗਈ। ਇਸ ਲਈ ਵੱਡੀ ਖਬਰ ਤੁਹਾਨੂੰ ਵਿਖਾ ਰਹੇ ਲਗਾਤਾਰ ਇਲੈਕਸ਼ਨ ਕਮਿਸ਼ਨ ਨੇ 22 ਤਰੀਕ ਤੱਕ ਪਾਬੰਦੀਆਂ ਨੂੰ ਜ਼ਰੂਰ ਵਧਾਇਆ, ਪਰ 300 ਲੋਕਾਂ ਦੇ ਇਕੱਠ ਨੂੰ ਇੱਕ ਇਨਡੋਰ ਜਿਹੜਾ ਹੈ ਉਹ ਰੈਲੀ ਹੋ ਸਕੇਗੀ। ਇਸ ਨੂੰ ਸਿਆਸੀ ਇਕੱਠ ਕਿਹਾ ਜਾ ਸਕਦਾ ਹੈ। ਬਿਲਕੁਲ ਇੱਕ ਪੋਲੀਟੀਕਲ ਪਾਰਟੀਆਂ ਦੇ ਲਈ ਚੰਗੀ ਖਬਰ ਲਾਜ਼ਮੀ ਤੌਰ ਤੇ। ਇਸ ਤੋਂ ਬਾਅਦ ਅਸੀਂ ਰੁਕ ਕਰਨਾ ਕਾਂਗਰਸ ਦੇ ਵੱਲੋਂ 86 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇੱਕ ਕਰਕੇ ਉਸ ਦੇ ਬਾਰੇ ਵੀ ਦੱਸਾਂਗੇ ਤੁਹਾਨੂੰ। ਤੁਹਾਡੇ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਇਸ ਵਾਰ ਕੌਣ ਹੋਵੇਗਾ, ਕਿਉਂ ਟਿਕਟ ਦਿੱਤੀ ਗਈ ਜਾਂ ਕਿਉਂ ਕਿਸੇ ਦੀ ਕੱਟੀ ਗਈ, ਉਸ ਦਾ ਵੀ ਜ਼ਿਕਰ ਹੋਏਗਾ। ਜੋ ਜ਼ਿਕਰ ਸਰਵੇਸ ਦੇ ਹੁੰਦੇ ਨੇ ਉਹ ਵੀ ਇਨਸਾਈਡ ਸਟੋਰੀ ਜੋ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਫਿਲਹਾਲ ਜੋ ਖਬਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਨਡੋਰ ਇਕੱਠ ਹੁੰਦੇ ਹੋਏ ਨਜ਼ਰ ਆਉਣਗੇ, ਯਾਨੀ ਕਿਸੇ ਵੱਡੇ ਪੈਲੇਸ ਦੇ ਵਿੱਚ ਜਿਹੜੇ ਆਪਣੇ ਵਿਆਹ ਸ਼ਾਦੀਆਂ ਲਈ ਵੀ ਪੈਲੇਸ ਹੁੰਦੇ ਨੇ ਉੱਥੇ ਇਨਡੋਰ ਇੱਕ ਤਰੀਕੇ ਨਾਲ ਇਕੱਠ ਕੀਤੇ ਜਾ ਸਕਦੇ ਨੇ। ਔਰ ਕਿਉਂਕਿ ਬਹੁਤ ਵੱਡੇ ਪੈਲੇਸ ਵੀ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਹੈਗੇ ਨੇ ਜਿੱਥੇ 1000 ਲੋਕ 2000 ਲੋਕਾਂ ਦੇ ਪ੍ਰੋਗਰਾਮ ਤੁਸੀਂ ਹੁੰਦੇ ਹੋਏ ਦੇਖੇ ਨੇ, ਤਾਂ ਉੱਥੇ 300 ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ। ਇਹ ਬਾਰ-ਬਾਰ ਇਹੀ ਗੱਲ ਹੋ ਰਹੀ ਹੈ ਕਿ ਪਹਿਲਾਂ ਵੀ ਗੱਲ ਹੋ ਰਹੀ ਸੀ ਕਿ ਪ੍ਰੈਕਟੀਕਲ ਪੋਸੀਬਲ ਹੋਏਗਾ ਕਿ ਨਹੀਂ। ਜੇ ਹੁਣ ਹੋਏਗਾ ਤਾਂ ਫਿਰ ਪੋਲੀਟੀਕਲ ਪਾਰਟੀਆਂ ਦੇ ਕੋਲ ਕੀ ਰੋਡ ਮੈਪ ਹੈ ਉਹ ਵੀ ਹੁਣ ਦੇਖਣਗੀਆਂ। ਪਰ ਅਕਾਲੀ ਦਲ ਦੇ ਵੱਲੋਂ ਜਦੋਂ ਈਸੀ ਨੂੰ ਚਿੱਠੀ ਲਿਖੀ ਗਈ, ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਗਈ, ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਸਾਨੂੰ ਘੱਟੋ ਘੱਟ ਕਿਸੇ ਹੱਦ ਤੱਕ ਤਾਂ ਲੋਕਾਂ ਨੂੰ ਇਕੱਠੇ ਕਰਨ ਦੀ ਇਜਾਜ਼ਤ ਦਿਓ, ਤੇ ਇਜਾਜ਼ਤ ਮਿਲ ਚੁੱਕੀ ਹੈ 22 ਜਨਵਰੀ ਤੱਕ। ਔਰ ਕਿਉਂਕਿ ਕੋਰੋਨਾ ਦੇ ਕੇਸਿਸ ਤਾਂ ਫਿਲਹਾਲ ਵੱਧ ਰਹੇ ਨੇ ਔਰ ਇਹ ਪਹਿਲਾਂ ਹੀ ਕਿਆਸ ਲੱਗ ਰਿਹਾ ਸੀ ਕਿ ਜ਼ਿਆਦਾ ਢਿੱਲ ਦੇਣ ਦੇ ਮੂਡ ਦੇ ਵਿੱਚ ਇਲੈਕਸ਼ਨ ਕਮਿਸ਼ਨ ਨਹੀਂ ਹੋਏਗਾ। ਪਰ ਇੱਕ ਤਬਕਾ ਪੰਜਾਬ ਦੇ ਵਿੱਚ ਅਜੇ ਹੈ ਜਿੱਥੇ ਤੱਕ ਪਹੁੰਚ ਕਰਨੀ ਮੁਸ਼ਕਿਲ ਹੈ, ਜਿਨ੍ਹਾਂ ਦੇ ਕੋਲ ਮੋਬਾਈਲ ਨਹੀਂ ਹੈ, ਜਿਨ੍ਹਾਂ ਦੇ ਕੋਲ ਇੰਟਰਨੈਟ ਨਹੀਂ ਹੈ। ਇਹ ਅਕਾਲੀ ਦਲ ਨੇ ਤਰਕ ਦਿੱਤਾ ਸੀ, ਉਸ ਤੋਂ ਬਾਅਦ ਇਹ ਜਿਹੜੇ ਫੈਸਲੇ ਨੇ ਉਹ ਸਾਹਮਣੇ ਆਏ ਨੇ। ਇੱਕੋ ਫੈਸਲਾ ਬਦਲਿਆ ਹੈ, ਇਨਡੋਰ ਪ੍ਰੋਗਰਾਮ ਇੱਕ ਬੈਠਕ ਕੀਤੀ ਜਾ ਸਕੇਗੀ, ਕੋਈ ਵੱਡੀ ਰੈਲੀ ਨਹੀਂ ਹੋ ਸਕਦੀ ਕਿ ਕਿਸੇ ਤੁਸੀਂ ਇਨਡੋਰ ਪੈਲੇਸ ਦੇ ਵਿੱਚ ਜਾਂ ਕਿਸੇ ਥਾਂ ਦੇ ਉੱਤੇ 1000 2000 5000 ਲੋਕ ਇਕੱਠੇ ਕਰ ਲਓ। 300 ਲੋਕ ਮੈਕਸਿਮਮ, ਜੇ ਉਸ ਤੋਂ ਜ਼ਿਆਦਾ ਹੋਣਗੇ ਤਾਂ ਫਿਰ ਕਾਰਵਾਈ ਹੋਏਗੀ। ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜਦੋਂ ਪੋਲੀਟੀਕਲ ਪਾਰਟੀਆਂ ਗੁਰਜੋਤ ਇਕੱਠ ਕਰਦੀਆਂ ਨੇ ਤਾਂ ਉਹਨਾਂ ਦੇ ਲਈ ਚੈਲੰਜ ਹੁੰਦਾ ਕਿ ਤੁਸੀਂ 300 ਲੋਕਾਂ ਤੋਂ ਬਾਅਦ ਕੀ ਗੇਟ ਬੰਦ ਕਰ ਦੋਗੇ ਜਾਂ ਤੁਸੀਂ 300 ਲੋਕਾਂ ਨੂੰ ਇਨਵਾਈਟ ਕਰੋਗੇ। ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਹੁੰਦਾ, ਵਿਆਹ ਸ਼ਾਦੀ ਦਾ ਕੋਈ ਪ੍ਰੋਗਰਾਮ ਹੁੰਦਾ ਹੈ, ਤਾਂ ਤੁਸੀਂ ਗਿਣਤੀ ਮਿਣਤੀ ਦੇ ਨਾਲ ਉਹਨਾਂ ਨੂੰ ਇਨਵਾਈਟ ਕਰਦੇ ਹੋ। ਜਿਨ੍ਹਾਂ ਦੇ ਕੋਲ ਇਨਵਾਈਟ ਕੀਤਾ ਉਹੀ ਉੱਥੇ ਪਹੁੰਚਦੇ ਨੇ।
ਪਰ ਪੋਲੀਟੀਕਲ ਰੈਲੀਆਂ ਵੱਖਰੀਆਂ ਹੁੰਦੀਆਂ ਨੇ। ਇੱਥੇ ਵਰਕਰ ਖੁਦ ਉੱਥੇ ਪਹੁੰਚ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਇੱਕ ਚੈਲੰਜ ਰਹੇਗਾ ਪੋਲੀਟੀਕਲ ਪਾਰਟੀਆਂ ਦੇ ਲਈ। ਮੈਂ ਰੁਕ ਕਰਦਾ, ਸਾਡੇ ਨਾਲ ਇਸ ਸਮੇਂ ਫੋਨ ਲਾਈਨ ਦੇ ਉੱਤੇ ਡਾਕਟਰ ਦਲਜੀਤ ਚੀਮਾ ਜੀ ਜੁੜ ਰਹੇ ਨੇ, ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਚੀਮਾ ਜੀ, ਸਵਾਗਤ ਹੈ। ਇਲੈਕਸ਼ਨ ਕਮਿਸ਼ਨ ਨੇ ਪਾਬੰਦੀਆਂ ਤਾਂ ਨਹੀਂ ਹਟਾਈਆਂ, ਪਰ ਇੱਕ ਰਾਹਤ ਜ਼ਰੂਰ ਦੇ ਦਿੱਤੀ ਕਿ 300 ਲੋਕਾਂ ਦਾ ਇੰਡੋਰ ਇਕੱਠ ਕੀਤਾ ਜਾ ਸਕਦਾ ਹੈ ਕੋਵਿਡ ਨਿਯਮਾਂ ਦੀ ਪਾਲਣਾ ਦੇ ਨਾਲ। ਤੁਹਾਨੂੰ ਲੱਗਦਾ ਹੈ ਕਿ ਕੁਝ ਰਾਹਤ ਹੈ? ਦੇਖੋ, ਮੈਂ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕਰਦਾ। ਅਸੀਂ ਇਹੀ ਡਿਮਾਂਡ ਕੀਤਾ ਸੀ ਕਿ ਵੱਡੀਆਂ ਰੈਲੀਆਂ ਨਹੀਂ ਕਰਨੀਆਂ, ਕੋਈ ਗੱਲ ਨਹੀਂ, ਪਰ ਘੱਟੋ ਘੱਟ ਛੋਟੀਆਂ ਗੈਦਰਿੰਗ ਜਿਹੜੀਆਂ ਅਲਾਉ ਕਰ ਦਿੱਤੀਆਂ ਜਾਣ। ਔਰ ਅੱਜ ਕਮਿਸ਼ਨ ਨੇ 300 ਦੀ ਹੱਦ ਤੈਅ ਕੀਤੀ ਹੈ। ਇਹਦੇ ਨਾਲ ਬੜਾ ਅੱਛਾ ਕੰਮ ਚੱਲ ਸਕਦਾ, ਕਿਉਂਕਿ ਆਮ ਨੁੱਕਰ ਮੀਟਿੰਗਾਂ ਜਿਹੜੀਆਂ ਹੈਗੀਆਂ ਉਹ ਇੰਨੇ ਕੁ ਸਾਈਜ਼ ਦੀਆਂ ਹੁੰਦੀਆਂ ਨੇ, ਇਸ ਕਰਕੇ ਇਸ ਤੋਂ ਘੱਟ ਸਾਈਜ਼ ਦੀਆਂ ਹੁੰਦੀਆਂ ਰਾਤ। ਇਸ ਲਈ ਬੜਾ ਅੱਛਾ ਆਰਾਮ ਨਾਲ ਕੰਮ ਜਿਹੜਾ ਹੈ ਹਾਲੇ ਇਲੈਕਸ਼ਨ ਦਾ ਇਹਦੇ ਨਾਲ ਤੁਰ ਸਕੇਗਾ। ਤੇ ਕੈਂਡੀਡੇਟਾਂ ਨੂੰ ਜਿਹੜੀ ਬਹੁਤ ਵੱਡੀ ਦਿੱਕਤ ਆ ਰਹੀ ਸੀ ਕਿ ਅਸੀਂ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਜਿਨ੍ਹਾਂ ਨੂੰ ਡਿਜੀਟਲੀ ਅਪਰੋਚ ਨਹੀਂ ਕੀਤਾ ਜਾ ਸਕਦਾ, ਕਿਵੇਂ ਸੰਪਰਕ ਕਰੀਏ। ਪਰ ਚੀਮਾ ਸਾਹਿਬ, ਲੱਗਦਾ ਹੈ ਤੁਹਾਨੂੰ 300 ਲੋਕਾਂ ਨੂੰ ਜੋ ਮਨਜ਼ੂਰੀ ਮਿਲੀ ਹੈ ਤਾਂ ਕਿਸ ਤਰੀਕੇ ਦੇ ਨਾਲ ਇਹ ਸਿਆਸੀ ਇਕੱਠ ਤੁਸੀਂ ਕਰ ਪਾਓਗੇ? ਜੇਕਰ ਗੱਲ ਕੀਤੀ ਜਾਵੇ ਤਾਂ ਹਲਕੇ ਦੇ ਵਿੱਚ ਬੇਹੱਦ ਵੱਡੀ ਤਾਦਾਦ ਹੁੰਦੀ ਹੈ, ਉਹ ਲੋਕ ਹੁੰਦੇ ਨੇ ਖਾਸ ਤੌਰ ਤੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜੇ ਜੁੜਨਾ ਚਾਹੁੰਦੇ ਹੁੰਦੇ ਨੇ। ਨਹੀਂ, ਇਹ ਹੁੰਦਾ ਕਿ ਜਿਹੜੀਆਂ ਇੱਥੇ ਅਸੀਂ ਮੀਟਿੰਗ ਕਰਦੇ ਹਾਂ ਕੱਲੇ ਪਿੰਡ 'ਚ ਹੀ ਕਰਦੇ ਹਾਂ। ਕੈਂਡੀਡੇਟ ਯੂਜ਼ਲੀ ਹਰ ਪਿੰਡ ਦੇ ਵਿੱਚ ਜਾਂਦਾ, ਹਰ ਮਹੱਲੇ ਦੇ ਵਿੱਚ ਜਾਂਦਾ। ਉੱਥੇ ਛੋਟੀਆਂ ਗੈਦਰਿੰਗ ਹੁੰਦੀਆਂ ਨੇ ਕੈਂਡੀਡੇਟ ਦੀਆਂ, ਜ਼ਿਆਦਾ ਵੱਡੀਆਂ ਨਹੀਂ ਹੁੰਦੀਆਂ। ਇਹੀ ਅਸੀਂ ਗੱਲ ਕਹਿ ਰਹੇ ਸੀ ਕਿ ਛੋਟੀਆਂ ਗੈਦਰਿੰਗ ਤਾਂ ਜਿਹੜੀਆਂ ਅਲਾਉ ਕਰਨੀਆਂ ਚਾਹੀਦੀਆਂ ਤਾਂ ਜੋ ਆਪਣੇ ਇਲੈਕਟੋਰੇਟ ਦੇ ਨਾਲ ਸਾਰੇ ਕੈਂਡੀਡੇਟ ਜਿਹੜਾ ਸਿੱਧਾ ਸੰਪਰਕ ਜਿਹੜਾ ਉਹ ਆਪਣਾ ਕਰ ਸਕਣ। ਇਹਨੇ ਨਾਲ ਬੜੇ ਆਸਾਨੀ ਦੇ ਨਾਲ ਕੰਮ ਜਿਹੜਾ ਉਹ ਚੱਲ ਪਏਗਾ। ਤਾਂ ਤੁਸੀਂ ਵੱਡੀ ਰਾਹਤ ਇਸ ਨੂੰ ਸਮਝ ਰਹੇ ਹੋ। ਤੇ ਜਿਹੜੀ ਸ਼ਹਿਰੀ ਵੋਟਰ ਹੈ ਉਹਨਾਂ ਤੱਕ ਪਹੁੰਚ ਕਰਨ ਦੇ ਲਈ ਕੋਈ ਪਲਾਨ ਚੀਮਾ ਸਾਹਿਬ, ਜਾਂ ਅਜੇ ਵੀ ਤੁਹਾਨੂੰ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਦੁਬਾਰਾ ਸੋਚੇ ਔਰ ਤਾਦਾਦ ਨੂੰ ਵਧਾਇਆ ਜਾਵੇ ਤੇ ਰੈਲੀਆਂ ਰੁਲੀਆਂ ਦੀ ਕੋਈ ਇਜਾਜ਼ਤ ਮਿਲੇ? ਉਮੀਦ ਲੱਗ ਰਹੀ ਹੈ ਕਿ ਫਰਵਰੀ ਦੇ ਪਹਿਲੇ ਹਫਤੇ 'ਚ ਕੋਈ ਇਜਾਜ਼ਤ ਮਿਲ ਜਾਏਗੀ। ਇਹਦੇ ਨਾਲ ਬੜਾ ਅੱਛਾ ਕੰਮ ਜਿਹੜਾ ਕੈਂਡੀਡੇਟਸ ਦਾ ਉਹ ਚੱਲ ਪਏਗਾ। ਠੀਕ ਹੈ। ਵੱਡੀਆਂ ਰੈਲੀਆਂ ਤਾਂ ਜ਼ਿਆਦਾਤਰ ਹੁੰਦੀ ਹੈ ਹਲਕੇ ਲੈਵਲ ਦੀ ਰੈਲੀ, ਜਿਹੜੀਆਂ ਸਟਾਰ ਕੰਪੇਨਰਸ ਨੇ ਸੰਬੋਧਨ ਕਰਨੀਆਂ ਹੁੰਦੀਆਂ। ਉਹਦੇ ਵਾਸਤੇ ਹਾਲੇ ਸਮਾਂ ਵੀ ਹੈ। ਜੇ ਇਲੈਕਸ਼ਨ ਕਮਿਸ਼ਨ ਠੀਕ ਸਮਝੇਗਾ ਹੈਲਥ ਕੰਡੀਸ਼ਨ ਦੇ ਮੁਤਾਬਕ, ਤੇ ਉਹਦੇ ਮੁਤਾਬਕ 21 ਤੱਕ ਹਾਲੇ ਉਹਨਾਂ ਨੇ ਕੀਤਾ। ਉਦੋਂ ਤੱਕ ਜੇ ਜਿਹੜੀ ਹੈ ਕੋਵਿਡ ਦੀ ਜਿਹੜੀ ਹੈ ਵੇਵ ਜਿਹੜੀ ਹੈ ਜੇ ਥੱਲੇ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਸਿਹਤ ਤੇ ਦੇਖ ਕੇ ਫੈਸਲਾ ਕਮਿਸ਼ਨ ਆਪ ਲੈ ਸਕਦਾ। ਪਰ ਘੱਟੋ ਘੱਟ ਇਹਦੇ ਨਾਲ ਜਿਹੜਾ ਕੈਂਡੀਡੇਟਸ ਨੂੰ ਦਿੱਕਤਾਂ ਆ ਰਹੀਆਂ ਸੀ ਥੱਲੇ ਹੇਠਾਂ, ਉਹ ਜ਼ਰੂਰ ਹੱਲ ਹੋ ਜਾਂਦੀਆਂ। ਇਸ ਕਰਕੇ 21 ਤੋਂ ਬਾਅਦ ਬਾਕੀ ਹਾਲਾਤ ਦੇਖ ਕੇ ਕਮਿਸ਼ਨ ਆਪਣਾ ਫੈਸਲਾ ਲੈ ਸਕਦਾ। ਚਲੋ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ। ਤਾਂ ਅਕਾਲੀ ਦਲ ਕਹਿ ਰਿਹਾ ਕਿ ਰਾਹਤ ਭਰੀ ਗੱਲ ਜ਼ਰੂਰ ਹੈ ਜਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ 300 ਲੋਕਾਂ ਦੇ ਨਾਲ ਇੰਡੋਰ ਬੈਠਕ ਦੀ ਇਜਾਜ਼ਤ ਦਿੱਤੀ ਗਈ ਹੈ। ਖਾਸ ਇਹ ਵੀ ਹੈ ਕਿ ਜੇਕਰ 300 ਲੋਕਾਂ ਦੀ ਇਜਾਜ਼ਤ ਮਿਲੀ ਹੈ ਤਾਂ ਉਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਘੱਟੋ ਘੱਟ ਇੱਕ ਪਿੰਡ ਦੇ ਵਿੱਚ ਤਾਂ ਇਜਾਜ਼ਤ ਮਿਲੇਗੀ। ਜੇਕਰ ਇੱਕ ਪਿੰਡ ਦੇ ਵਿੱਚ ਇੱਕ ਬੈਠਕ ਕਰਕੇ 300 ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਲਿਆ